ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ YouTube ਚੈਨਲ ਸਟੱਡੀ ਬਜ਼ਰ ਤੇ। ਸੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ETT 5994 ਨੂੰ ਲੈ ਕੇ ਅਖਬਾਰ ਦੇ ਵਿੱਚ ਇੱਕ ਇਸ਼ਤਿਹਾਰ ਆਇਆ ਹੈ। ਉਸ ਦੇ ਅਕੋਰਡਿੰਗ ਬਹੁਤ ਸਾਰੇ ਸਟੂਡੈਂਟਸ ਨੇ ਜਿਹੜੀ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਕੁਝ ਹਾਲੇ ਵੀ PS ਟੈਟ ਰਿਜ਼ਲਟ ਦੀ ਵੇਟ ਕਰ ਰਹੇ ਹੈ। ETT ਕੈਡਰ 5994 ਨੂੰ ਲੈ ਕੇ ਸਟੱਡੀ ਬਜ਼ਰ ਨੇ ਆਨਲਾਈਨ ਪਲੇਟਫਾਰਮ ਤੇ ਜਿਹੜੀ ਆਪਣੀ ਕਲਾਸਿਸ ਸ਼ੁਰੂ ਕੀਤੀਆਂ। ਪੇਡ ਕੋਰਸ ਲਾਂਚ ਕੀਤਾ ਗਿਆ। SST ਦੀ ਅੱਜ ਦੂਜੀ ਕਲਾਸ ਹੈ ਜਿਹੜੀ ਅਪਲੋਡ ਹੋਣ ਜਾ ਰਹੀ ਹੈ। ਯੂਨਾਈਟਿਡ ਨੇਸ਼ਨਸ ਇਸ ਤੋਂ ਪਹਿਲਾਂ ਇੰਡੀਆ ਦੀ ਫੋਰਨ ਪਾਲਿਸੀ ਬਾਰੇ ਲੈਕਚਰ ਹੈ ਜਿਹੜਾ ਅਪਲੋਡ ਆਲਰੇਡੀ ਹੋ ਚੁੱਕਿਆ। ਉਸ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ। ਇਸ ਤੋਂ ਇਲਾਵਾ ਇੰਗਲਿਸ਼ ਦੇ ਜੋ ਜਗਰੀਤੀ ਮਿਗਲਾਨੀ ਜੀ ਹੈਗੇ ਆ ਉਹਨਾਂ ਦੇ 3 ਲੈਕਚਰ ਅਪਲੋਡ ਹੋ ਚੁੱਕੇ ਆ। ਉਹਨਾਂ ਦਾ ਲਿੰਕ ਵੀ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਤੇ ਜਲਦੀ ਹੀ ਪੰਜਾਬੀ ਦੇ ਲੈਕਚਰ ਹੈ ਜਿਹੜੇ ਅਪਲੋਡ ਕੀਤੇ ਜਾਣਗੇ ਐਂਡ ਬਾਕੀ ਜਿਹੜੇ ਸਬਜੈਕਟ ਨੇ ਉਹਨਾਂ ਦੇ ਵੀ ਲੈਕਚਰ ਅਪਲੋਡ ਕੀਤੇ ਜਾਣਗੇ। ਸੋ ਵਿਦਆਊਟ ਵੇਸਟਿੰਗ ਟਾਈਮ ਜਿਹੜਾ ਆਪਣਾ ਅੱਜ ਦਾ ਟਾਰਗੇਟ ਹੈ, ਅਸੀਂ ਯੂਨਾਈਟਿਡ ਨੇਸ਼ਨਸ ਬਾਰੇ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ। ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ, ਸੰਯੁਕਤ ਰਾਸ਼ਟਰ ਸੰਗਠਨ। ਤੁਹਾਡੇ 'ਚ ਬਹੁਤ ਸਾਰੇ ਸਟੂਡੈਂਟਸ ਇੱਕ ਡਾਊਟ 'ਚ ਹੋ ਸਕਦੇ ਹੈ ਕਿ ਸੰਯੁਕਤ ਰਾਸ਼ਟਰ ਸੰਘ ਹੁੰਦਾ ਕੀ ਹੈ। ਇਸ ਦੇ ਬਾਰੇ ਆਪਾਂ ਵਿਸਤਾਰਪੂਰਵਕ ਚਰਚਾ ਕਰਨ ਜਾ ਰਹੇ ਹਾਂ। ਦੇਖੋ, ਸਭ ਤੋਂ ਪਹਿਲਾਂ ਤੁਹਾਨੂੰ ਸੈਨ ਫਰਾਂਸਿਸਕੋ ਸਮਿਟ ਬਾਰੇ ਪਤਾ ਹੋਣਾ ਚਾਹੀਦਾ ਹੈ। ਇਸ ਕਾਨਫਰੰਸ ਬਾਰੇ ਪਤਾ ਹੋਣਾ ਚਾਹੀਦਾ ਹੈ। ਸੈਨ ਫਰਾਂਸਿਸਕੋ ਕਾਨਫਰੰਸ 1945 ਦੇ ਵਿੱਚ ਇਹ ਹੋਈ ਸੀਗੀ। ਇਸ ਤੋਂ ਪਹਿਲਾਂ ਕਈ ਹੋ ਚੁੱਕੇ ਸੀ, ਜਿਵੇਂ ਡੰਬਰਟਨ ਔਕ ਕਾਨਫਰੰਸ ਹੋ ਚੁੱਕੀ ਸੀਗੀ, ਜਿਹਦੇ ਵਿੱਚ ਇਹ ਮਤਲਬ 4-5 ਪਹਿਲਾਂ ਵੀ ਕਾਨਫਰੰਸ ਹੋ ਚੁੱਕੀਆਂ ਸੀ, ਜਿਹਦੇ 'ਚ ਇਹ ਪਹਿਲਾਂ ਯੂਨਾਈਟਿਡ ਨੇਸ਼ਨ ਨੂੰ ਲੈ ਕੇ ਵਾਰਤਾਲਾਪ ਹੋ ਚੁੱਕੀ ਸੀਗੀ। ਰੂਪ ਰੇਖਾ ਪੂਰੀ ਤਿਆਰ ਕੀਤੀ ਗਈ ਸੀਗੀ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਦੀ ਸੈਨ ਫਰਾਂਸਿਸਕੋ ਕਾਨਫਰੰਸ 1945 ਦੇ ਵਿੱਚ। ਇਸ ਦਾ ਸਮਾਂ ਸੀ ਜਿਹੜਾ 25 ਅਪ੍ਰੈਲ 1945 ਤੋਂ ਲੈ ਕੇ 26 ਜੂਨ 1945 ਤੱਕ, ਯਾਨੀ 2 ਮਹੀਨੇ 1 ਦਿਨ ਤੱਕ ਚੱਲਣ ਵਾਲੀ ਕਾਨਫਰੰਸ। ਇਹਦੇ ਵਿੱਚ ਟੋਟਲ 50 ਦੇਸ਼ਾਂ ਨੇ ਭਾਗ ਲਿਆ ਸੀ। ਇੰਡੀਆ ਵੀ ਇਸ ਦੇ ਵਿੱਚੋਂ ਇੱਕ ਸੀ। 50 ਦੇਸ਼ਾਂ ਨੇ ਭਾਗ ਲਿਆ ਸੀਗਾ। 282 ਪ੍ਰਤੀਨਿਧੀ ਜਿਹੜੇ ਉਸ ਸਮੇਂ ਪਹੁੰਚੇ ਸੀਗੇ। ਹੁਣ ਇੱਥੋਂ ਧਿਆਨ 'ਚ ਰੱਖਣ ਵਾਲੀ ਗੱਲ ਹੈ, ਇੱਥੇ ਯੂਨਾਈਟਿਡ ਨੇਸ਼ਨਸ ਦਾ ਪੂਰਾ ਚਾਰਟਰ ਤਿਆਰ ਕਰ ਦਿੱਤਾ ਗਿਆ ਸੀਗਾ। ਚਾਰਟਰ ਜਿਸ ਦੇ ਟੋਟਲ 110 ਆਰਟੀਕਲ ਨੇ ਤੇ 19 ਚੈਪਟਰਸ ਦੇ ਵਿੱਚ ਇਹਨਾਂ 110 ਆਰਟੀਕਲਸ ਨੂੰ ਵੰਡਿਆ ਗਿਆ ਹੈ। ਸਾਰਾ ਪੂਰਾ ਡਿਟੇਲ ਦੇ ਵਿੱਚ ਇੱਕ ਕਨਸਟੀਟਿਊਸ਼ਨ ਦੀ ਤਰ੍ਹਾਂ ਕਹਿ ਸਕਦੇ ਹੋ ਤੁਸੀਂ। ਤੇ ਇਸ ਦੀ ਫਾਰਮਲੀ ਜਿਹੜੀ ਐਸਟੈਬਲਿਸ਼ਮੈਂਟ ਹੋਈ ਹੈ ਉਹ 24 ਅਕਤੂਬਰ 1945 ਨੂੰ ਹੋਈ ਹੈ। ਜਿਹੜੇ ਵੀ ਪੋਲਿਟੀ ਨਾਲ ਜੁੜੇ ਹੋਏ ਸਟੂਡੈਂਟਸ ਨੇ, ਤੁਹਾਨੂੰ ਜ਼ਰੂਰ ਪਤਾ ਹੋਊਗਾ ਕਿ 24 ਅਕਤੂਬਰ ਨੂੰ ਅਸੀਂ ਯੂਨਾਈਟਿਡ ਨੇਸ਼ਨਸ ਡੇ ਦੇ ਤੌਰ ਤੇ ਮਨਾਉਂਦੇ ਹਾਂ। ਇਹ ਸਮਝ ਆ ਗਿਆ ਹੋਣਾ ਤੁਹਾਨੂੰ। ਓਰੀਜਨ ਮੈਂਬਰ 51 ਨੇ। ਕਿਸੇ ਦਾ ਡਾਊਟ ਹੋ ਸਕਦਾ ਕਿ 51 ਮੈਂਬਰ ਕਿਵੇਂ, ਕਿਉਂਕਿ 50 ਰਾਜ ਹੀ ਇਹਦੇ 'ਚ ਆਪਣੀ ਭਾਗੀਦਾਰੀ ਸ਼ੋਅ ਕਰਦੇ ਆ। 51ਵਾਂ ਰਾਜ ਕਿਹੜਾ ਸੀਗਾ ਤੁਹਾਨੂੰ ਦੱਸ ਦਿੰਦਾ ਕਿ ਇੱਕ ਟਾਈਮ ਦਿੱਤਾ ਗਿਆ ਸੀ, ਅ ਮੰਥ ਟਾਈਮ ਦਿੱਤਾ ਗਿਆ ਸੀ। ਜੇ ਕੋਈ ਵਿਲਿੰਗ ਹੈ ਮੈਂਬਰ ਬਣਨ ਦਾ ਤਾਂ ਉਹ ਬਣ ਸਕਦਾ ਹੈ। ਇਸ ਚਾਰਟਰ ਦੇ ਉੱਪਰ ਸਾਈਨ ਹੋਣੇ ਸੀਗੇ। ਤਾਂ 51ਵਾਂ ਮੈਂਬਰ ਸੀ ਪੋਲੈਂਡ। ਪੋਲੈਂਡ ਸੈਨ ਫਰਾਂਸਿਸਕੋ ਕਾਨਫਰੰਸ ਦੇ ਵਿੱਚ ਨਹੀਂ ਪਹੁੰਚਿਆ, ਉਹਦਾ ਕੋਈ ਰਿਪਰੈਜ਼ੈਂਟੇਟਿਵ ਹੈ ਨਹੀਂ ਸੀ, ਪਰੰਤੂ ਜਦੋਂ ਸਾਈਨ ਹੋਏ ਸੀ ਉਦੋਂ ਪੋਲੈਂਡ ਦੇ ਸਾਈਨ ਸੀ। ਸੋ ਇਸ ਸਮੇਂ ਕਰੰਟ ਮੈਂਬਰ ਕਿੰਨੇ ਹੈ? 193 ਮੈਂਬਰ ਹੈ। ਤੇ 193 ਮੈਂਬਰ ਦੇ ਨਾਲ ਇਹ ਵਿਸ਼ਵ ਦਾ ਸਭ ਤੋਂ ਵੱਡਾ ਸੰਗਠਨ ਹੋ ਜਾਂਦਾ ਹੈ। ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਇਸ ਸਮੇਂ ਰਿਕੋਗਨਾਈਜ਼ਡ ਕੰਟਰੀਜ਼ ਹੈ ਜਿਹੜੀਆਂ 199 ਹੈ, ਜਿਨ੍ਹਾਂ ਨੂੰ ਮਾਨਤਾ ਮਿਲੀ ਹੋਈ ਹੈ। ਐਸੇ 199 ਦੇਸ਼ ਹੈ, ਉਹਨਾਂ 'ਚ 193 ਮੈਂਬਰ ਹੈ ਜਿਹੜੇ ਇਸ ਦੇ ਮੈਂਬਰ ਬਣੇ ਹੋਏ ਹੈ। ਇੱਕ ਹੋਰ ਵੀ ਤੁਹਾਨੂੰ ਦੱਸ ਸਕਦਾ, ਜਿਹੜਾ 193rd ਮੈਂਬਰ ਬਣਿਆ ਸੀਗਾ ਉਹ 2011 ਦੇ ਵਿੱਚ ਜਿਹੜਾ ਸਾਊਥ ਸੁਡਾਨ ਨਾਂ ਦਾ ਜਿਹੜਾ ਦੇਸ਼, ਇਸ ਦਾ 193rd ਮੈਂਬਰ ਬਣਿਆ ਸੀ 2011 ਦੇ ਵਿੱਚ। ਠੀਕ ਹੈ। ਉਸ ਤੋਂ ਬਾਅਦ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਸੈਨ ਫਰਾਂਸਿਸਕੋ ਦੇ ਸਮਿਟ ਜਿਹੜਾ ਤਿਆਰ ਕੀਤਾ ਗਿਆ ਸੀ, ਕਿਹੜੀ ਭਾਸ਼ਾਵਾਂ ਨੂੰ ਮਾਨਤਾ ਦਿੱਤੀ ਗਈ, ਕਿਉਂਕਿ ਪੂਰੇ ਵਿਸ਼ਵ ਭਰ ਤੋਂ ਜਿਹੜੇ ਦੇਸ਼ ਆ ਰਹੇ ਹੈ, ਕਿਹੜੀ ਸਾਂਝੀ ਭਾਸ਼ਾ ਹੋਏਗੀ ਆਪਸੀ ਕਮਿਊਨੀਕੇਟ ਕਰਨ ਦੇ ਲਈ। ਉਹ 6 ਭਾਸ਼ਾ ਨੂੰ ਮਾਨਤਾ ਦਿੱਤੀਆਂ ਗਈਆਂ। ਅੱਜ ਇਹਦੀ ਟ੍ਰਿਕ ਫੇਸਰਸ ਹੈ। ਫੇਸਰਸ ਫ੍ਰੈਂਚ, ਅਰੇਬੀਅਨ, ਚਾਈਨੀਜ਼, ਇੰਗਲਿਸ਼, ਰਸ਼ੀਅਨ, ਸਪੈਨਿਸ਼, ਇਹ 6 ਜਿਹੜੀਆਂ ਹੈ ਭਾਸ਼ਾਵਾਂ ਜਿਨ੍ਹਾਂ ਨੂੰ ਮਾਨਤਾ ਮਿਲੀ ਹੋਈ ਹੈ। ਇਹਦੇ ਵਿੱਚੋਂ ਇਹ ਧਿਆਨ 'ਚ ਰੱਖਿਓ ਜੀ, ਅਰੇਬੀਅਨ ਓਰੀਜਨ ਭਾਸ਼ਾ ਨਹੀਂ ਸੀ। ਓਰੀਜਨ ਸਮੇਂ ਸਿਰਫ ਔਰ ਸਿਰਫ 5 ਭਾਸ਼ਾਵਾਂ ਨੂੰ ਮਾਨਤਾ ਦਿੱਤੀ ਗਈ ਸੀ। ਆਫਟਰ ਟਾਈਮ ਅਰੇਬੀਅਨ ਭਾਸ਼ਾ ਨੂੰ ਵੀ ਜਿਹੜਾ ਐਕਸੈਪਟ ਕਰ ਲਿਆ ਗਿਆ, ਅਰਬੀ ਭਾਸ਼ਾ ਨੂੰ। ਠੀਕ ਹੈ। ਉਸ ਤੋਂ ਬਾਅਦ ਹੈੱਡਕੁਆਟਰ ਪੁੱਛਿਆ ਜਾ ਸਕਦਾ ਹੈ, ਭਾਵੇਂ UNO ਦਾ ਹੈੱਡਕੁਆਟਰ ਪੁੱਛ ਲੇ, ਭਾਵੇਂ ਸੈਕਟਰੀਏਟ ਪੁੱਛ ਲੇ। ਇਹ ਨਿਊਯਾਰਕ USA ਦੇ ਵਿੱਚ ਰਹਿੰਦਾ ਹੈ, ਯੂਨਾਈਟਿਡ ਸਟੇਟਸ ਆਫ ਅਮਰੀਕਾ। UNO ਐਸਟੈਬਲਿਸ਼ ਕਿਉਂ ਹੋਇਆ, ਇਹ ਆਪਣੇ ਆਪ 'ਚ ਇੱਕ ਵੱਡਾ ਕੁਐਸਚਨ ਹੈ। ਅੱਗੇ ਮੈਂ ਸਾਰੇ ਆਰਗਨਸ ਬਾਰੇ ਪੂਰਾ ਡਿਟੇਲ ਦੇ ਵਿੱਚ ਡਿਸਕਸ ਕਰਨ ਜਾ ਰਿਹਾ, ਪਰ ਉਸ ਤੋਂ ਪਹਿਲਾਂ ਕੁਝ ਜਾਣਨਾ ਜ਼ਰੂਰੀ ਹੈ। ਮੈਂ ਕੱਲ ਵੀ ਦੱਸਿਆ ਸੀ ਲਾਸਟ ਲੈਕਚਰ ਦੇ ਵਿੱਚ, ਜਦੋਂ ਫਸਟ ਵਰਲਡ ਵਾਰ ਚੱਲ ਰਹੀ ਸੀ
1914 ਤੋਂ ਲੈ ਕੇ 1918 ਤੱਕ। ਸੈਕਿੰਡ ਵਰਲਡ ਵਾਰ ਚੱਲ ਰਹੀ ਸੀ, ਸੈਕਿੰਡ ਵਰਲਡ ਵਾਰ 1939 ਤੋਂ ਲੈ ਕੇ 1945 ਤੱਕ। ਉਸ ਸਮੇਂ ਦੋ ਗਰੁੱਪ ਬਣੇ ਹੋਏ ਸੀ, ਦੋ ਬਲਾਕ ਬਣੇ ਹੋਏ ਸੀ। ਇੱਕ ਤਾਂ ਅਲਾਈਡ ਗਰੁੱਪ ਸੀ, ਦੂਜੇ ਪਾਸੇ ਨਾਜ਼ੀ ਜਰਮਨੀ, ਇਟਲੀ ਤੇ ਜਾਪਾਨ ਸੀਗੇ। ਤੇ ਅਲਾਈਡ ਗਰੁੱਪ ਦੇ ਜਿਹੜੇ 5 ਦੇਸ਼ ਸੀਗੇ ਜਿਹੜੇ ਉਹ ਫੇਸਰ, ਉਹ ਜੇਤੂ ਰਹੇ ਸੀਗੇ। ਫੇਸਰ, ਮੈਂ ਫੇਸਰਸ ਤੋਂ ਇਹਦੀ ਲੈਂਗੁਏਜ ਦੱਸੀ ਹੈ। ਫੇਸਰ ਤੋਂ ਇਹਦੀ ਜਿਹੜੀ ਹੈ ਓਰੀਜਨ ਮੈਂਬਰਸ ਕਹਿ ਸਕਦੇ ਆ ਜਾਂ ਅਲਾਈਡ ਗਰੁੱਪ ਦੇ ਮੈਂਬਰ ਕਹਿ ਸਕਦੇ ਆ। ਅੱਗੇ ਇਹਨਾਂ ਬਾਰੇ ਹੋਰ ਵਾਰਤਾਲਾਪ ਕਰਾਂਗੇ। ਫਰਾਂਸ, ਅਮਰੀਕਾ, ਚਾਈਨਾ, ਇੰਗਲੈਂਡ ਐਂਡ ਰਸ਼ੀਆ, ਇਹ ਅਲਾਈਡ ਗਰੁੱਪ ਦੇ ਮੈਂਬਰ ਸੀਗੇ, ਲੀਡਿੰਗ ਮੈਂਬਰ ਸੀਗੇ ਜਿਹੜੇ ਅਲਾਈਡ ਗਰੁੱਪ ਨੂੰ ਲੀਡ ਕਰ ਰਹੇ ਸੀ। ਤੇ ਇਹਨਾਂ ਦੀ ਜਿਹੜੀ ਕੁਸ਼ਲਤਾਪੂਰਵਕ ਲੀਡ ਕਰਨ ਦੇ ਸਦਕਾ ਹੀ ਜਿਹੜਾ ਅਲਾਈਡ ਗਰੁੱਪ ਜੇਤੂ ਰਿਹਾ ਸੀਗਾ। ਜਰਮਨੀ ਦਾ ਜਿਹੜਾ ਹਿਟਲਰ ਸੀ, ਜਿਹੜਾ ਡਿਕਟੇਟਰਸ਼ਿਪ ਹੋਇਆ, ਉਸਨੇ ਖੁਦ ਸੁਸਾਈਡ ਕਰ ਲਿਆ ਸੀ। ਉਸ ਤੋਂ ਬਾਅਦ ਇਟਲੀ ਨੂੰ ਤਬਾਹ ਕਰ ਦਿੱਤਾ ਗਿਆ। ਤੇ ਜਿਹੜੀ ਜਾਪਾਨ ਦੀ ਤਬਾਹੀ ਹੈ ਆਪਾਂ ਲਾਸਟ ਵੀਡੀਓ 'ਚ ਵੀ ਡਿਸਕਸ ਕੀਤੀ ਸੀ। 6 ਅਗਸਤ 1945 ਨੂੰ ਹੀਰੋਸ਼ੀਮਾ 'ਚ ਜਿਹੜਾ ਹੈ ਲਿਟਲ ਬॉय ਨਾਂ ਦਾ ਬੰਬ ਸਿੱਟਿਆ ਗਿਆ ਸੀ, ਜਿਹਦੇ 'ਚ ਮਰਨ ਵਾਲਿਆਂ ਦੀ ਔਨ ਦੀ ਸਪੋਟ ਜਿਹੜੀ ਸੰਖਿਆ ਸੀਗੀ 80,000 ਸੀ ਤੇ ਕੁੱਲ ਮਰਨ ਵਾਲਿਆਂ ਦੀ ਸੰਖਿਆ 1,92,000 ਸੀ। ਨਾਲ ਦੀ ਨਾਲ ਨਾਗਾਸਾਕੀ 'ਚ 3 ਦਿਨਾਂ ਬਾਅਦ 9 ਅਗਸਤ 1945 ਨੂੰ ਫੈਟਮੈਨ ਨਾਂ ਦਾ ਬੰਬ ਸੁੱਟਿਆ ਗਿਆ, ਜਿਹਦੇ ਨਾਲ ਮਰਨ ਵਾਲੇ ਦੀ ਸੰਖਿਆ 40,000 ਸੀ। ਤੁਹਾਡੇ ਮਨ 'ਚ ਕੁਐਸਚਨ ਆ ਸਕਦਾ, ਦਿਲੋਂ ਜ਼ਹਿਨ 'ਚ ਕੁਐਸਚਨ ਉੱਠਣਾ ਲਾਜ਼ਮੀ ਹੈ ਕਿ ਜਾਪਾਨ ਦੀ ਜਿਹੜੀ ਕੈਪੀਟਲ ਹੈ ਟੋਕੀਓ, ਉੱਥੇ ਕਿਉਂ ਨਹੀਂ ਬਲਾਸਟ ਕੀਤਾ ਗਿਆ? ਬਲਾਸਟ ਹੀਰੋਸ਼ੀਮਾ ਤੇ ਨਾਗਾਸਾਕੀ ਹੀ ਕਿਉਂ ਕੀਤਾ ਗਿਆ? ਇਹਦਾ ਕਾਰਨ ਵੀ ਬੜਾ ਵਾਜਿਬ ਹੈ, ਕਿਉਂਕਿ ਜਿਹੜੀ ਯੁੱਧ ਸਮੱਗਰੀ ਤਿਆਰ ਕੀਤੀ ਜਾ ਰਹੀ ਸੀ ਉਹ ਹੀਰੋਸ਼ੀਮਾ ਤੇ ਨਾਗਾਸਾਕੀ 'ਚ ਕੀਤੀ ਜਾ ਰਹੀ ਸੀ। ਟੋਕੀਓ ਕੈਪੀਟਲ ਸੀ, ਡਜ਼ਨਟ ਮੈਟਰ, ਉਹਨਾਂ ਨੇ ਤਾਂ ਸਿਰਫ ਔਰ ਸਿਰਫ ਉਹਨਾਂ ਦੀ ਜਿਹੜੀ ਯੁੱਧ ਸਮੱਗਰੀ ਸੀ ਉਸਨੂੰ ਖਤਮ ਕਰਨਾ ਸੀ ਤੇ ਉਹ ਉਸ ਦੇ ਵਿੱਚ ਸਫਲ ਵੀ ਹੋਏ ਸੀਗੇ। ਸੋ ਇਹ ਸੀ ਜਦੋਂ ਫੇਸਰ ਜਿੱਤ ਗਿਆ, ਮਤਲਬ ਅਲਾਈਡ ਗਰੁੱਪ ਜਿੱਤ ਗਿਆ, ਦੈਨ ਆਫਟਰ ਇਹ ਸੋਚਿਆ ਗਿਆ ਕਿ ਹੁਣ ਆਪਾਂ ਇੱਕ ਆਰਗੇਨਾਈਜੇਸ਼ਨ ਬਣਾਉਣੇ ਆ, ਇੱਕ ਐਸਾ ਸੰਗਠਨ ਬਣਾਉਣੇ ਆ ਜਿਹੜਾ ਇੰਟਰਨੈਸ਼ਨਲ ਲੈਵਲ ਤੇ ਸ਼ਾਂਤੀ ਦਾ ਪ੍ਰਤੀਕ ਹੋਵੇ। ਉਸੇ ਚੀਜ਼ ਨੂੰ ਲੈ ਕੇ ਜਿਹੜਾ UNO ਹੋਣ ਦੇ ਵਿੱਚ ਆਇਆ ਸੀਗਾ। ਸੋ ਇਹ ਕੁਝ ਮਹੱਤਵਪੂਰਨ ਗੱਲਾਂ ਨੇ ਜਿਹੜੀਆਂ ਐਗਜ਼ਾਮ ਦੇ ਪੁਆਇੰਟ ਆਫ ਵਿਊ ਨਾਲ ਬਹੁਤ ਹੀ ਜ਼ਿਆਦਾ ਜ਼ਰੂਰੀ ਨੇ। ਆਪਾਂ 1 ਬਾਏ 1 ਇਸ ਦੇ ਆਰਗਨਸ ਨੂੰ ਜਾਣਦੇ ਹਾਂ। ਮੈਂ ਸਾਈਡ ਤੇ ਹੁਣਾ, ਤੁਸੀਂ ਸਕਰੀਨਸ਼ਾਟ ਲੈ ਲਓ, ਮੈਂ ਵਧੀਆ ਸਮਝੂੰਗਾ ਜੇਕਰ ਤੁਸੀਂ ਨਾਲ ਨਾਲ ਨੋਟ ਕਰਦੇ ਜਾਓ। ਇਹ ਨੋਟਸ ਤੁਹਾਡੇ EDT ਕੈਟਰ 5994 ਵਿੱਚ ਨਹੀਂ, ਉਹ ਹਰ ਇੱਕ ਐਗਜ਼ਾਮ 'ਚ ਕੰਮ ਆਉਣਗੇ ਜਿੱਥੇ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਤੁਹਾਡਾ ਟੌਪਿਕ ਆ ਰਿਹਾ ਜੀ। ਸੋ ਨੋਟ ਕਰ ਸਕਦੇ ਹੋ ਤੁਸੀਂ। ਹਾਂਜੀ, ਸੋ ਆਪਾਂ ਹੁਣ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਦੇ ਆਰਗਨਸ ਬਾਰੇ ਜਾਣਦੇ ਹਾਂ। ਟੋਟਲ 6 ਆਰਗਨ ਹੁੰਦੇ ਆ। ਆਪਾਂ ਪਹਿਲਾਂ 4 ਬਾਰੇ ਡਿਸਕਸ਼ਨ ਕਰਦੇ ਹਾਂ, 2 ਬਾਰੇ ਵੀ ਰਾਬਤਾ ਕਰਾਂਗੇ। ਇੱਕ ਹੋਰ ਧਿਆਨ ਰੱਖਿਓ ਜੇ 110 ਆਰਟੀਕਲ ਮੇ ਵੀ ਮੈਂ ਉੱਥੇ ਬੋਲ ਗਿਆ ਸੀਗਾ, 111 ਆਰਟੀਕਲਸ ਨੇ, ਵਾਈਟ ਬੋਰਡ ਦੇ ਉੱਪਰ ਲਿਖਿਆ ਸਹੀ ਹੋਇਆ ਸੀਗਾ, ਧਿਆਨ ਰੱਖੋਗੇ ਤੁਸੀਂ। ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ, ਮਹਾਸਭਾ ਦੀ ਗੱਲ ਕਰ ਰਹੇ ਹਾਂ। ਮਹਾਸਭਾ, ਇਹਨੂੰ ਵਰਲਡ ਪਾਰਲੀਮੈਂਟ ਵੀ ਕਹਿ ਦਿੰਦੇ ਆ, ਵਰਲਡ ਪਾਰਲੀਮੈਂਟ ਵੀ ਕਹਿ ਦਿੰਦੇ ਆ। ਮਤਲਬ ਇਹਨੂੰ ਸੰਸਾਰ ਦੀ ਪੰਚਾਇਤ ਵੀ ਕਿਹਾ ਜਾਂਦਾ ਹੈ, ਸੰਸਾਰ ਦੀ ਪੰਚਾਇਤ ਕਿਹਾ ਜਾਂਦਾ ਹੈ, ਧਿਆਨ 'ਚ ਰੱਖੋਗੇ ਤੁਸੀਂ। ਉਸ ਤੋਂ ਬਾਅਦ ਇੱਕ ਹੋਰ ਜਿਹੜੀ ਇੰਪੋਰਟੈਂਟ ਗੱਲ ਹੈ, ਇਸ ਦਾ ਨਾਮ ਵਿਸ਼ਵ ਦੀ ਪੰਚਾਇਤ ਵੀ ਕਹਿੰਦੇ ਇਹਨੂੰ, ਵਿਸ਼ਵ ਦੀ ਪੰਚਾਇਤ ਤੇ ਵਿਸ਼ਵ ਦੀ ਸੰਸਦ ਵੀ ਕਹਿੰਦੇ ਆ, ਵਿਸ਼ਵ ਦੀ ਸੰਸਦ ਵੀ ਕਿਹਾ ਜਾਂਦਾ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਜੀ, ਕਲੀਅਰ। ਦੈਨ ਹੋਰ ਕਿਹੜੀ ਚੀਜ਼ ਹੈ ਮਹੱਤਵਪੂਰਨ, ਤੁਹਾਨੂੰ ਪਤਾ ਹੋਣਾ ਚਾਹੀਦਾ, ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦਾ ਇੱਕ ਪ੍ਰੈਜ਼ੀਡੈਂਟ ਹੁੰਦਾ ਹੈ, ਇੱਕ ਪ੍ਰੈਜ਼ੀਡੈਂਟ ਹੁੰਦਾ ਹੈ ਤੇ ਪਲੱਸ 7 ਹੈ ਜਿਹੜੇ ਵਾਈਸ ਪ੍ਰੈਜ਼ੀਡੈਂਟ ਹੁੰਦੇ ਆ, ਜਿਨ੍ਹਾਂ ਨੂੰ ਆਪਾਂ ਡਿਪਟੀ ਪ੍ਰੈਜ਼ੀਡੈਂਟ ਕਹਿ ਸਕਦੇ ਹਾਂ, ਡਿਪਟੀ ਚੇਅਰਮੈਨ ਕਹਿ ਸਕਦੇ ਹਾਂ। ਪ੍ਰੈਜ਼ੀਡੈਂਟ ਦਾ ਜਿਹੜਾ ਟੈਨਿਓਰ ਹੁੰਦਾ ਹੈ, ਵਾਈਸ ਪ੍ਰੈਜ਼ੀਡੈਂਟ ਦਾ ਟੈਨਿਓਰ ਵੀ ਜਿਹੜਾ ਹੈ 1 ਸਾਲ ਹੀ ਹੁੰਦਾ ਹੈ। ਟੈਨਿਓਰ ਹੁੰਦਾ ਜਿਹੜਾ 1 ਸਾਲ ਦੇ ਲਈ ਹੁੰਦਾ ਹੈ, 1 ਸਾਲ ਦੇ ਲਈ ਚੁਣੇ ਜਾਂਦੇ ਹੈ। ਇਹ ਵੀ ਪਤਾ ਹੋਣਾ ਚਾਹੀਦਾ ਤੁਹਾਨੂੰ। ਹਰ ਸਾਲ ਸੈਪਟੈਂਬਰ ਦੇ ਤੀਸਰੇ ਮੰਗਲਵਾਰ ਨੂੰ, ਧਿਆਨ ਰਹੇ, ਸੈਪਟੈਂਬਰ ਦਾ 3rd ਟਿਊਜ਼ਡੇ ਇੱਥੇ ਜਿਹੜੀ ਮੀਟਿੰਗ, ਸਮਿਟ ਜਾਂ ਸਭਾ ਬੁਲਾਈ ਜਾਂਦੀ ਹੈ। ਇਹ ਪਤਾ ਹੋਣਾ ਚਾਹੀਦਾ ਹੈ। ਹਰ ਇੱਕ ਦੇਸ਼, ਜਿੰਨੇ ਵੀ ਇਹਦੇ ਟੋਟਲ ਮੈਂਬਰਸ ਨੇ 193, ਹਰ ਇੱਕ ਦੇਸ਼ ਆਪਣੇ 5 ਰਿਪਰੈਜ਼ੈਂਟੇਟਿਵ ਭੇਜ ਸਕਦਾ ਹੈ, ਉਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਜੀ। ਦੈਨ ਆਪਾਂ ਜਿਹੜੀ ਗੱਲ ਕਰੀਏ, ਇੱਕ ਪ੍ਰੈਜ਼ੀਡੈਂਟ ਹੈ, ਇੱਕ ਪ੍ਰੈਜ਼ੀਡੈਂਟ ਆਪਾਂ ਨੂੰ ਉਹਨਾਂ ਬਾਰੇ ਜਾਣਨਾ ਪਊਗਾ ਜਿਹੜਾ 1953 ਦੇ ਵਿੱਚ, ਕਿਉਂਕਿ ਤੁਸੀਂ ਇੰਡੀਆ ਤੋਂ ਬਿਲੋਂਗ ਕਰਦੇ ਹੋ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਵਿਜੇ ਲక్ష్ਮੀ ਪੰਡਿਤ ਸੀਗੇ ਜਿਹੜੇ, ਵਿਜੇ ਲక్ష్ਮੀ ਪੰਡਿਤ
1953 ਦੇ ਵਿੱਚ ਜਿਹੜੇ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦੇ ਜਿਹੜੇ ਬਤੌਰ ਪ੍ਰੈਜ਼ੀਡੈਂਟ ਬਤੌਰ ਚੇਅਰਮੈਨ ਚੁਣੇ ਗਏ ਸੀਗੇ। ਹੁਣ ਇਹਨਾਂ ਬਾਰੇ ਕਿਹੜੀ ਕਿਹੜੀ ਗੱਲ ਹੈ ਵੀ ਅੱਜ ਤੱਕ 76 ਪ੍ਰੈਜ਼ੀਡੈਂਟ ਹੋ ਚੁੱਕੇ ਆ, ਅੱਜ ਤੱਕ ਇੱਕ ਹੀ ਔਰਤ ਹੋਈ ਹੈ। ਜੇ ਇੰਟਰਨੈਸ਼ਨਲ ਲੈਵਲ ਤੇ ਪੁੱਛਿਆ ਜਾਵੇ, ਪਹਿਲੀ ਫਸਟ ਐਂਡ ਓਨਲੀ ਵੂਮਨ ਪ੍ਰੈਜ਼ੀਡੈਂਟ ਆਫ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਤੁਹਾਡਾ ਆਨਸਰ ਰਹੇਗਾ ਵਿਜੇ ਲక్ష్ਮੀ ਪੰਡਿਤ। ਇੰਡੀਆ ਤੋਂ ਵੀ ਅੱਜ ਤੱਕ ਸਿਰਫ ਔਰ ਸਿਰਫ ਇੱਕ ਹੀ ਪਰਸਨ ਹੋਏ ਹੈ ਜਿਨ੍ਹਾਂ ਨੇ ਬਤੌਰ ਪ੍ਰੈਜ਼ੀਡੈਂਟ ਉੱਥੇ ਆਪਣੀ ਸੇਵਾਵਾਂ ਦਿੱਤੀਆਂ ਹੋਈਆਂ, ਉਹ ਸੀ ਵਿਜੇ ਲక్ష్ਮੀ ਪੰਡਿਤ। ਕਲੀਅਰ। ਉਸ ਤੋਂ ਬਾਅਦ ਤੁਹਾਨੂੰ ਫਸਟ ਬਾਰੇ ਪਤਾ ਹੋਣਾ ਚਾਹੀਦਾ। ਫਸਟ ਸੀਗੇ ਪੌਲ ਹੈਨਰੀ ਸਪੂਕ। ਪੌਲ ਹੈਨਰੀ ਸਪੂਕ ਬੈਲਜੀਅਮ ਤੋਂ ਸੀਗੇ, ਬੈਲਜੀਅਮ ਤੋਂ ਸੀ। ਪੁੱਛਿਆ ਜਾ ਸਕਦਾ 75th ਯਾਨੀ ਲਾਸਟ ਕਿਹੜਾ ਸੀਗਾ, ਸੈਕਿੰਡ ਲਾਸਟ ਕਿਹੜਾ ਸੀਗਾ, ਤੁਹਾਨੂੰ ਪਤਾ ਹੋਣਾ ਚਾਹੀਦਾ ਵੋਲਕਿਨ ਬੋਜ਼ਕਿਰ ਸੀਗੇ ਜਿਹੜੇ, ਬੋਜ਼ਕਿਰ ਤੁਰਕੀ ਤੋਂ ਸੀ। ਤੇ ਇਸ ਸਮੇਂ ਕੌਣ ਨੇ 76th ਅਬਦੁੱਲਾ ਸ਼ਾਹਿਦ। ਇਸ ਸਮੇਂ ਇਹ ਆਪਣੇ ਮਾਲਦੀਵਸ ਤੋਂ ਨੇ, ਮਾਲਦੀਵਸ ਤੋਂ ਨੇ, ਆਪਣੇ ਪੜੋਸੀ ਦੇਸ਼। ਇਹ ਕੁਝ ਇੰਪੋਰਟੈਂਟ ਗੱਲਾਂ ਨੇ ਜਿਹੜੀਆਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ। ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਜਿਸ ਨੂੰ ਵਰਲਡ ਪਾਰਲੀਮੈਂਟ, ਵਿਸ਼ਵ ਦੀ ਸੰਸਦ, ਵਿਸ਼ਵ ਦੀ ਪੰਚਾਇਤ ਕਿਹਾ ਜਾਂਦਾ ਹੈ, ਸਪਟੈਂਬਰ ਦੇ ਤੀਸਰੇ ਮੰਗਲਵਾਰ ਨੂੰ ਇੱਥੇ ਜਿਹੜੀ ਸਭਾ ਬੁਲਾਈ ਜਾਂਦੀ ਹੈ। ਉਸ ਤੋਂ ਇਲਾਵਾ ਹੋਰ ਧਿਆਨ 'ਚ ਰੱਖੋਗੇ ਇਹਦਾ ਇੱਕ ਪ੍ਰੈਜ਼ੀਡੈਂਟ ਹੁੰਦਾ ਹੈ, 7 ਵਾਈਸ ਪ੍ਰੈਜ਼ੀਡੈਂਟ ਹੁੰਦੇ ਆ ਜਿਨ੍ਹਾਂ ਦਾ ਟੈਨਿਓਰ ਹੈ ਜਿਹੜਾ 1 ਸਾਲ ਹੁੰਦਾ ਹੈ। 1953 ਦੇ ਵਿੱਚ ਵਿਜੇ ਲక్ష్ਮੀ ਪੰਡਿਤ ਜੀ ਬਤੌਰ ਜਿਹੜਾ ਪ੍ਰੈਜ਼ੀਡੈਂਟ ਚੁਣੇ ਜਾਂਦੇ ਆ ਇੰਡੀਆ ਵੱਲੋਂ ਪਹਿਲੇ। ਵੈਸੇ ਵੀ ਇੱਕ ਹੀ ਵੂਮਨ ਅੱਜ ਤੱਕ ਪ੍ਰੈਜ਼ੀਡੈਂਟ ਹੋਏ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਫਸਟ ਹੈਗੇ ਜਿਹੜੇ ਪੌਲ ਹੈਨਰੀ ਸਪੂਕ ਬੈਲਜੀਅਮ ਤੋਂ ਸੀਗੇ, 75th ਵੋਲਕਿਨ ਬੋਜ਼ਕਿਰ ਸੀਗੇ ਤੁਰਕੀ ਤੋਂ, ਤੇ 76 ਤੇ ਜਿਹੜੇ ਅਬਦੁੱਲਾ ਸ਼ਾਹਿਦ ਨੇ ਮਾਲਦੀਵਸ ਤੋਂ ਜੀ। ਠੀਕ ਹੈ, ਤੁਸੀਂ ਨੋਟ ਕਰ ਸਕਦੇ ਹੋ। ਹਾਂਜੀ, ਸੋ ਆਪਾਂ ਜੋ ਨੈਕਸਟ ਡਿਸਕਸ਼ਨ ਕਰਦੇ ਹਾਂ, ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ। ਹਰ ਇੱਕ ਆਰਗਨ ਆਪਣੇ ਆਪ 'ਚ ਬਾਕਮਾਲ ਰੋਲ ਪਲੇ ਕਰਦਾ ਹੈ ਤੇ ਆਪਾਂ ਨੂੰ ਇਹਨਾਂ ਬਾਰੇ ਪਤਾ ਹੋਣਾ ਚਾਹੀਦਾ ਹੈ। ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ, ਜਿਹਨੂੰ ਆਪਾਂ ਸੁਰੱਖਿਆ ਪ੍ਰੀਸ਼ਦ ਵੀ ਕਹਿ ਸਕਦੇ ਹਾਂ। ਸੁਰੱਖਿਆ ਪ੍ਰੀਸ਼ਦ ਪੰਜਾਬੀ 'ਚ ਕਹੋਗੇ ਤੁਸੀਂ। ਦੇਖੋ ਇਹਦੇ ਪਹਿਲਾਂ ਓਰੀਜਨ ਟਾਈਮ ਮੈਂਬਰ ਜਦੋਂ 1945 ਦੇ ਵਿੱਚ 24 ਅਕਤੂਬਰ 1945 ਨੂੰ ਫਾਊਂਡ ਹੁੰਦਾ ਹੈ ਤਾਂ ਇਹਦੇ ਮੈਂਬਰ ਟੋਟਲ ਰੱਖੇ ਗਏ ਸੀਗੇ। ਮੈਂ ਇੱਥੇ ਬਿਫੋਰ ਲਿਖ ਦਿੰਦਾ, ਬਿਫੋਰ 1965 ਇਹਦੇ ਮੈਂਬਰ ਸੀ ਟੋਟਲ 11 ਮੈਂਬਰ ਹੁੰਦੇ ਸੀਗੇ। 5 ਪਰਮਾਨੈਂਟ ਸੀ ਤੇ 10 ਸੀਗੇ ਜਿਹੜੇ ਨਾਨ ਪਰਮਾਨੈਂਟ ਸੀ। 10 ਸੀ ਜਿਹੜੇ ਨਾਨ ਪਰਮਾਨੈਂਟ ਸੀ, 6 ਨਾਨ ਪਰਮਾਨੈਂਟ ਹੁੰਦੇ ਸੀ। ਟੋਟਲ 11 ਮੈਂਬਰ ਹੁੰਦੇ ਸੀਗੇ। ਆਫਟਰ 1965 ਦੇ ਵਿੱਚ ਜਿਹੜੀ ਅਮੈਂਡਮੈਂਟ ਹੁੰਦੀ ਹੈ, ਉਹ ਜਿਹੜੇ 111 ਆਰਟੀਕਲ ਨੇ ਜਾਂ ਯੂਐਨ ਦਾ ਸੰਵਿਧਾਨ ਕਹਿ ਸਕਦੇ ਹੋ, ਉਹਦੇ ਵਿੱਚ ਅਮੈਂਡਮੈਂਟ ਹੁੰਦੀ ਹੈ 1965 'ਚ। ਇਹ ਨੰਬਰ ਜਿਹੜਾ ਹੈ 15 ਕਰ ਦਿੱਤਾ ਗਿਆ। 5 ਪਰਮਾਨੈਂਟ ਨੇ ਤੇ 10 ਹੋ ਗਏ ਜਿਹੜੇ ਨਾਨ ਪਰਮਾਨੈਂਟ ਨੇ, ਯਾਨੀ ਨਾਨ ਪਰਮਾਨੈਂਟ ਮੈਂਬਰ ਦੀ ਜਿਹੜੀ ਸੰਖਿਆ ਚੇਂਜ ਕੀਤੀ ਗਈ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਨਾਨ ਪਰਮਾਨੈਂਟ ਮੈਂਬਰ ਦਾ ਜਿਹੜਾ ਟੈਨਿਓਰ ਹੁੰਦਾ ਹੈ ਉਹ 2 ਸਾਲ ਦੇ ਲਈ ਹੁੰਦਾ ਹੈ, 2 ਸਾਲ ਦੇ ਲਈ ਹੁੰਦਾ ਹੈ। ਇੰਡੀਆ ਜਿਹੜਾ ਹੈ 8 ਵਾਰ ਜਿਹੜਾ ਨਾਨ ਪਰਮਾਨੈਂਟ ਮੈਂਬਰ ਰਹਿ ਚੁੱਕਿਆ ਹੈ। ਫਸਟ ਟਾਈਮ ਕਦੋਂ ਰਿਹਾ ਸੀ? 1950 ਤੋਂ ਲੈ ਕੇ 51 ਤੱਕ ਰਿਹਾ ਸੀ, ਤੇ ਜਿਹੜਾ ਲਾਸਟ ਯਾਨੀ 8th ਟਾਈਮ ਰਹੇ ਸੀ ਉਹ 2020 ਤੋਂ ਲੈ ਕੇ 2021 ਤੱਕ ਇੰਡੀਆ ਹੈ ਜਿਹੜਾ ਬਤੌਰ ਨਾਨ ਪਰਮਾਨੈਂਟ ਮੈਂਬਰ ਆਫ ਸਿਕਿਉਰਿਟੀ ਕਾਉਂਸਲ ਰਹਿ ਚੁੱਕਿਆ ਹੈ। ਕੱਲ ਤੁਹਾਨੂੰ ਇੱਕ ਪੁਆਇੰਟ ਕਰਵਾਇਆ ਗਿਆ ਸੀਗਾ, ਇੰਡੀਆ ਦਾ ਯੂਨਾਈਟਿਡ ਨੇਸ਼ਨ ਦੇ ਵਿੱਚ ਪੂਰਨ ਵਿਸ਼ਵਾਸ ਹੈ। ਉਹ ਸਾਰੀਆਂ ਗੱਲਾਂ ਇੱਥੋਂ ਝਲਕ ਮਿਲਦੀ ਹੈ। ਗੱਲ ਕਰ ਸਕਦੇ 5 ਪਰਮਾਨੈਂਟ ਕਿਹੜੇ ਹੈ, ਇਹਦੀ ਟ੍ਰਿਕ ਮੈਂ ਤੁਹਾਨੂੰ ਫੇਸਰ ਦੱਸੀ ਸੀ। ਜਿਹੜੇ ਅਲਾਈਡ ਗਰੁੱਪ ਸੀ ਸੈਕੰਡ ਵਰਲਡ ਵਾਰ ਦੇ ਸਮੇਂ, ਉਹਦੇ ਜਿਹੜੇ ਲੀਡਿੰਗ ਮੈਂਬਰ ਸੀ ਉਹਨਾਂ ਨੂੰ ਹੀ ਕਵਾਂਗੇ ਆਪਾਂ। ਕਿਹੜੇ ਕਿਹੜੇ ਆ ਜੀ, ਨੋਟ ਕਰ ਸਕਦੇ ਹੋ ਤੁਸੀਂ। ਫਰਾਂਸ, ਅਮਰੀਕਾ, ਉਸ ਤੋਂ ਬਾਅਦ ਚਾਈਨਾ, ਉਸ ਤੋਂ ਬਾਅਦ ਇੰਗਲੈਂਡ, ਉਸ ਤੋਂ ਬਾਅਦ ਰਸ਼ੀਆ। ਠੀਕ ਹੈ, ਆ 5 ਇਸ ਦੇ ਜਿਹੜੇ ਪਰਮਾਨੈਂਟ ਮੈਂਬਰ ਨੇ। ਦੇਖੋ 1965 ਦੇ ਵਿੱਚ ਸਮੇਂ ਦੀ ਮੰਗ ਨੂੰ ਸਮਝਦਿਆਂ ਨਾਨ ਪਰਮਾਨੈਂਟ ਮੈਂਬਰ ਦਾ
ਜਿਹੜਾ ਨੰਬਰ ਤਾਂ ਵਧਾ ਦਿੱਤਾ ਗਿਆ। ਤੁਸੀਂ ਦੇਖੋ ਇਹਦੇ ਟੋਟਲ ਓਰੀਜਨ ਟਾਈਮ 51 ਮੈਂਬਰ ਸੀਗੇ, ਆਹ ਨੰਬਰ ਵੀ ਅੱਜ ਵੱਧ ਕੇ 193 ਹੋ ਗਿਆ। ਤੇ ਸਮੇਂ ਨੂੰ ਦੇਖੀਏ ਤਾਂ ਆਹ ਪਰਮਾਨੈਂਟ ਦਾ ਜਿਹੜਾ ਨੰਬਰ ਵੀ ਵਧਣਾ ਚਾਹੀਦਾ ਹੈ। परंतु इंटरनेशनल लैवल ते तुसीं देखोगे कोल्ड वॉर बारे भी मैं जिक्र किया, 1947 तो लैके 1991 तक कोल्ड वॉर अमेरिका जित्तिया सी ते अज पूरा विश्व उसकी शक्ति उसकी पावर्स तो पूरी तरह परी भांति वाकिफ है। फेसर ये ट्रिक चेंज होनी चाहिए, आ नंबर चेंज होना चाहिए। इस दे लई बहुत बार जद्दोजहद चलती है, परंतु वो सिर्फ जद्दोजहद ही बन के रह जाती है। अज तक ये नंबर चेंज नहीं होया। UN ਦੇ ਮੈਂਬਰ ਚੇਂਜ ਹੁੰਦੇ ਆ ਰਹੇ 193 ਤੱਕ ਪਹੁੰਚ ਗਏ। ਆਪਾਂ ਹੋਰ ਵੀ ਦੇਖ ਸਕਦੇ ਹਾਂ ਜਿਹੜੇ ਨਾਨ ਪਰਮਨੈਂਟ ਮੈਂਬਰ ਵੀ ਚੇਂਜ ਹੋ ਗਏ, ਪਰੰਤੂ ਪਰਮਨੈਂਟ ਮੈਂਬਰ ਹੈ ਜਿਹੜੇ ਉਹ ਜਿਉਂ ਦੇ ਤਿਉਂ ਬਣੇ ਹੋਏ ਹੈ। ਜਦੋਂ ਦਾ ਜਿਹੜਾ ਅੱਜ 76 ਸਾਲ ਹੋ ਚੁੱਕੇ ਹੈ ਯੂਨਾਈਟਿਡ ਨੇਸ਼ਨ ਨੂੰ ਬਣੇ ਹੋਏ, ਜਿਉਂ ਦੇ ਤਿਉਂ ਬਣੇ ਹੋਏ ਹੈ ਜੀ। ਠੀਕ ਹੈ, ਸੋ ਨੋਟ ਕਰ ਸਕਦੇ ਹੋ, ਕੋਈ ਡਾਊਟ ਹੈ ਤਾਂ ਪੁੱਛ ਸਕਦੇ ਹੋ ਤੁਸੀਂ। ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ, ਦੇਖੋ ਕੋਈ ਵੀ ਇੱਥੇ ਫੈਸਲਾ ਲਿਆ ਜਾਂਦਾ ਹੈ 9/15 ਦੀ ਸਹਿਮਤੀ ਨਾਲ ਲਿਆ ਜਾਂਦਾ ਹੈ। 9 ਦੇ ਵਿੱਚੋਂ 5 ਪਰਮਾਨੈਂਟ ਦਾ ਹੋਣਾ ਲਾਜ਼ਮੀ ਹੈ। ਠੀਕ ਹੈ, ਸੋ ਇਹ ਕਿਤੇ ਨਾ ਕਿਤੇ ਇੰਪੋਰਟੈਂਟ ਪਹਿਲੂ ਨੇ ਇਸ ਦੇ। ਠੀਕ ਹੈ, ਮੰਨ ਕੇ ਚਲੋ 15 ਮੈਂਬਰ ਦੇ ਵਿੱਚੋਂ 14 ਦੇ 14 ਕਹਿ ਦੇਣ ਯੈਸ ਅਸੀਂ ਕਿਸੇ ਚੀਜ਼ ਨੂੰ ਅਲਾਓ ਕਰਦੇ ਹਾਂ, ਕੋਈ ਬਿੱਲ ਨੂੰ ਸਵੀਕ੍ਰਿਤੀ ਦੇਣੀ ਹੈ। ਇੱਕ ਇਕੱਲਾ ਚਾਈਨਾ ਹੀ ਉਸ ਗੱਲ ਤੇ ਅੜ ਜੇ ਤਾਂ ਉਹ ਬਿੱਲ ਪਾਸ ਨਹੀਂ ਹੋਊਗਾ, ਕਿਉਂਕਿ 5 ਪਰਮਾਨੈਂਟ ਮੈਂਬਰ ਦੀ ਜਿਹੜੀ ਸਹਿਮਤੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦੀ ਹੈ। ਇੰਟਰਨੈਸ਼ਨਲ ਕੋਰਟ ਆਫ ਜਸਟਿਸ ਹੇਗ ਦੇ ਵਿੱਚ ਹੈ ਜੀ, ਨੀਦਰਲੈਂਡ 'ਚ ਰਹਿ ਜਾਂਦਾ ਹੈ। ਨੀਦਰਲੈਂਡ, ਕਿਸੇ ਨੇ ਹਾਲੈਂਡ ਪੜ੍ਹਿਆ ਹੋਊਗਾ ਵੀ ਹਾਲੈਂਡ ਇਸ ਦਾ ਜਿਹੜਾ ਨਾਮ ਸੀ ਚੇਂਜ ਹੋ ਚੁੱਕਿਆ ਨੀਦਰਲੈਂਡ। 2019 ਦੇ ਵਿੱਚ ਜਿਹੜਾ ਨੀਦਰਲੈਂਡ ਨੇ ਆਫੀਸ਼ੀਅਲੀ ਅਨਾਉਂਸਮੈਂਟ ਕੀਤੀ ਸੀ ਅੱਜ ਤੋਂ ਬਾਅਦ ਨੀਦਰਲੈਂਡ ਹੀ ਰਹੇਗਾ ਆਫੀਸ਼ੀਅਲ ਕਾਰਜਗੁਜ਼ਾਰੀ ਦੇ ਵਿੱਚ। ਇਸ ਦਾ ਨਾਮ ਹੇਗ। ਇੱਥੇ ਜਿਹੜਾ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਹੈ ਜਿਹਦੇ ਵਿੱਚ ਟੋਟਲ 15 ਜੱਜਿਸ ਬਹਿੰਦੇ ਹੈ। 15 ਜੱਜਿਸ ਬਹਿੰਦੇ ਹੈ ਜਿਨ੍ਹਾਂ ਦਾ ਟੈਨਿਓਰ ਕਿੰਨਾ ਹੁੰਦਾ ਹੈ? ਟੈਨਿਓਰ ਹੁੰਦਾ ਹੈ 9 ਈਅਰਸ, 9 ਸਾਲ ਹੁੰਦਾ ਹੈ। 9 ਸਾਲ ਹੁੰਦਾ ਹੈ। ਤੇ ਇੱਕ ਹੋਰ ਪਤਾ ਹੋਣਾ ਚਾਹੀਦਾ 1/3 ਹੈ ਜਿਹੜੇ ਮੈਂਬਰ ਚੇਂਜ ਹੁੰਦੇ ਆ ਆਫਟਰ 3 ਈਅਰਸ। ਹਰੇਕ 3 ਸਾਲਾਂ ਬਾਅਦ ਜਿਹੜੇ 1/3 ਮੈਂਬਰ ਚੇਂਜ ਹੋ ਜਾਂਦੇ ਆ। ਗੱਲ ਸਮਝੇ ਕਿ ਨਹੀਂ ਸਮਝੇ? ਹੁਣ ਸਮਝਦੇ ਆ ਕਿ ਅੱਜ ਤੱਕ ਇੰਡੀਆ ਤੋਂ ਕਿੰਨੇ ਜੱਜਿਸ ਹੋ ਚੁੱਕੇ ਹੈ। ਸਰ ਇੰਡੀਆ ਤੋਂ ਪਹਿਲਾਂ 4 ਜੱਜਿਸ ਹੋ ਚੁੱਕੇ ਹੈ। 4 ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ ਜਿਹੜੇ 4 ਜੱਜਿਸ ਰਹਿ ਚੁੱਕੇ ਹੈ। ਕਿਹੜੇ ਕਿਹੜੇ ਨੇ? ਸਭ ਤੋਂ ਪਹਿਲਾਂ ਸਰ ਬੈਨੇਗਲ ਨਰਸਿੰਘ ਰਾਓ ਇਹ ਪਹਿਲੇ ਜੱਜ ਬਣੇ ਸੀਗੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ। 1952 ਦੇ ਵਿੱਚ ਬਤੌਰ ਜਿਹੜਾ ਜੱਜ ਚੁਣੇ ਗਏ ਸੀ। ਕੁਐਸਚਨ ਆ ਸਕਦਾ ਹੈ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ ਭਾਰਤ ਵੱਲੋਂ ਚੁਣਿਆ ਜਾਣ ਵਾਲਾ ਪਹਿਲਾ ਜੱਜ ਕੌਣ ਸੀ? ਤਾਂ ਸਰ ਬੈਨੇਗਲ ਨਰਸਿੰਘ ਰਾਓ, ਸਰ BN ਰਾਓ ਪੜ੍ਹਾਇਆ ਜਾਂਦਾ ਤੁਹਾਨੂੰ। ਇਹ ਸੀਗੇ ਜਿਹੜੇ 1992 ਦੇ ਵਿੱਚ ਚੁਣੇ ਗਏ ਸੀਗੇ। ਦੂਸਰਾ ਪੁਆਇੰਟ ਹੈ ਜਿਹੜਾ ਤੁਹਾਨੂੰ ਪਤਾ ਹੋਣਾ ਚਾਹੀਦਾ, ਦੂਸਰੇ ਕੌਣ ਸੀਗੇ? ਦੂਸਰੇ ਸੀਗੇ ਨਗੇਂਦਰਾ ਸਿੰਘ 1985 ਤੋਂ ਲੈ ਕੇ 1988 ਤੱਕ ਚੁਣੇ ਗਏ ਸੀਗੇ ਨਗੇਂਦਰਾ ਸਿੰਘ। ਉਸ ਤੋਂ ਬਾਅਦ ਤੀਸਰਾ ਪੁਆਇੰਟ ਜਿਹੜਾ ਰਹੂਗਾ ਰਘੂਨੰਦਨ ਸੀਗੇ ਜਿਹੜੇ ਬਤੌਰ ਤੀਸਰੇ ਜੱਜ ਜਿਹੜੇ ਇੰਡੀਆ ਦੇ ਵੱਲੋਂ ਚੁਣੇ ਗਏ ਸੀਗੇ। ਇਹਨਾਂ ਦਾ ਜਿਹੜਾ ਕਾਰਜਕਾਲ ਸੀ ਜਿਹੜਾ 1989 ਚ ਸ਼ੁਰੂ ਹੋਇਆ ਸੀ। ਚੌਥਾ ਤੇ ਸਭ ਤੋਂ ਮੇਨ ਹੈ ਜਿਹੜਾ ਤੁਹਾਨੂੰ ਪਤਾ ਹੋਣਾ ਚਾਹੀਦਾ, ਲਾਸਟ ਜਿਹੜਾ ਕਿਹੜਾ ਜੱਜ ਰਹਿ ਚੁੱਕੇ ਹੈਗੇ ਆ ਉਹ ਸੀ ਦਲਵੀਰ ਭੰਡਾਰੀ ਜੀ। ਦਲਵੀਰ ਭੰਡਾਰੀ ਇਹ ਜਿਹੜੇ 2012 ਚ ਚੁਣੇ ਗਏ ਸੀਗੇ। ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਭਾਰਤ ਵੱਲੋਂ 4 ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ ਜਿਹੜੇ ਜੱਜਿਸ ਆਪਣੀਆਂ ਸੇਵਾਵਾਂ ਦੇ ਕੇ ਆ ਚੁੱਕੇ ਆ ਜੀ। ਠੀਕ ਹੈ, ਸੋ ਇਹ ਚੀਜ਼ ਨੋਟ ਕਰ ਸਕਦੇ ਹੋ। ਆਪਾਂ ਅੱਗੇ ਰਾਬਤਾ ਕਰਦੇ ਹਾਂ। ਹਾਂਜੀ, ਸੋ ਸੈਕਟਰੀਏਟ ਬਾਰੇ ਜਾਣ ਲੈਂਦੇ ਹਾਂ ਥੋੜਾ ਜਿਹਾ। ਸਕੱਤਰੇਤ ਹੈੱਡਕੁਆਟਰ, ਭਾਵੇਂ ਇੱਥੇ ਤੁਹਾਡੇ ਕੋਲ ਹੈੱਡਕੁਆਟਰ ਕਿਉਂ ਨਾ ਆ ਜੇ, ਇੱਕੋ ਹੀ ਚੀਜ਼ ਹੈ। ਕਿੱਥੇ ਰਹਿ ਜਾਂਦਾ ਜੀ? ਨਿਊਯਾਰਕ ਦੇ ਵਿੱਚ ਰਹਿ ਜਾਂਦਾ ਹੈ। ਨਿਊਯਾਰਕ ਅਮਰੀਕਾ ਦੇ ਵਿੱਚ। ਐਗਜ਼ੈਕਟ ਲੋਕੇਸ਼ਨ ਪੁੱਛੀ ਜਾਵੇ ਤਾਂ ਉੱਥੇ ਇੱਕ ਸਕਸੈਸ ਲੇਕ ਹੈ, ਉਸ ਦੇ ਕਿਨਾਰੇ ਤੇ ਹੈ, ਔਨ ਦਾ ਬੈਂਕ ਆਫ ਸਕਸੈਸ ਲੇਕ। ਉੱਥੇ ਜਿਹੜਾ ਹੈ ਇਸ ਨੂੰ ਐਸਟੈਬਲਿਸ਼ ਕੀਤਾ ਗਿਆ ਨਿਊਯਾਰਕ ਦੇ ਵਿੱਚ। ਇਹ ਹੈੱਡਕੁਆਟਰ ਹੈ ਜੀ ਇੱਥੇ। ਹਰ ਆਪਣੇ ਇਹਦਾ ਇੱਕ ਸੈਕਟਰੀਏਟ ਹੁੰਦਾ ਬਕੌਰ ਜਨਰਲ ਸੈਕਟਰੀ ਦੇ ਤੌਰ ਤੇ ਆਪਾਂ ਪੜ੍ਹਦੇ ਹਾਂ। ਇਸ ਸਮੇਂ ਜਿਹੜੇ ਐਂਟੋਨੀਓ ਗਿਊਟਰਸ ਨੇ
ਉਹ ਬਤੌਰ ਜਨਰਲ ਸੈਕਟਰੀ ਆਫ ਸੈਕਟਰੀਏਟ ਹੈ ਜਿਹੜਾ ਆਪਣੀ ਸੇਵਾਵਾਂ ਦੇ ਰਹੇ ਹੈ। ਪੋਰਤੁਗਲ ਤੋਂ ਰਹੇ ਜਾਂਦੇ ਜੀ, ਪੁਰਤਗਾਲ ਦੀ ਧਰਤੀ ਤੋਂ ਹੈਗੇ ਆ, ਉਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਇਹ ਸੀ ਜਿਹੜੇ 4 ਮੇਨ ਇਸ ਦੇ ਜਿਹੜੇ ਆਰਗਨਸ ਨੇ। ਨੈਕਸਟ 2 ਹੋਰ ਹੈਗੇ ਆ ਤੇ ਉਹਨਾਂ ਬਾਰੇ ਬਹੁਤ ਹੀ ਰੇਅਰ ਤੁਹਾਨੂੰ ਕੰਟੈਂਟ ਮਿਲੇਗਾ ਕਿਉਂਕਿ ਉਹ ਨਾਮਾਤਰ ਹੈਗੇ ਆ। ਮੈਂ 5ਵੇਂ ਪੁਆਇੰਟ ਬਾਰੇ ਗੱਲ ਕਰ ਲੈਣਾ। 5ਵਾਂ ਹੈ ਜਿਹੜਾ ਇਕਨੋਮਿਕ ਐਂਡ ਸੋਸ਼ਲ ਜਸਟਿਸ ਹੈ, ਸੋਸ਼ਲ ਕਾਉਂਸਲ ਸੌਰੀ, ਪੰਜਾਬੀ ਚ ਕਹਿ ਸਕਦੇ ਹੋ ਤੁਸੀਂ ਆਰਥਿਕ ਅਤੇ ਸਮਾਜਿਕ ਕਾਉਂਸਲ ਹੈ, ਪ੍ਰੀਸ਼ਦ ਹੈ, ਠੀਕ ਹੈ। ਇਹਦੇ ਬਾਰੇ ਥੋੜਾ ਜਿਹਾ ਪਤਾ ਹੋਣਾ ਚਾਹੀਦਾ ਹੈ ਕਿ ਇਹਦੇ ਪਹਿਲਾਂ ਮੈਂਬਰ 18 ਮੈਂਬਰ ਹੁੰਦੇ ਸੀ, 18 ਮੈਂਬਰ ਕੰਟਰੀਜ਼ ਹੈ ਜਿਹੜੀਆਂ ਇਹਦੇ ਮੈਂਬਰ ਹੁੰਦੇ ਸੀ, ਪਰੰਤੂ ਆਹ ਨੰਬਰ 1973 ਦੇ ਵਿੱਚ ਜਿਹੜਾ ਚੇਂਜ ਹੋ ਕੇ 54 ਹੋ ਚੁੱਕਿਆ ਹੈ, ਠੀਕ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਇਹ। ਤੇ ਉਸ ਤੋਂ ਇਲਾਵਾ ਹੋਰ ਵੀ ਹੈ, ਇਸ ਤੋਂ ਇਲਾਵਾ ਇੱਕ ਟਰਸਟਸ਼ਿਪ ਕਾਉਂਸਲ ਹੁੰਦਾ ਹੈ, ਟਰਸਟਸ਼ਿਪ ਕਾਉਂਸਲ ਜਿਹਨੂੰ ਪੰਜਾਬੀ ਚ ਅਮਾਨਤੀ ਪ੍ਰੀਸ਼ਦ ਕਹਿ ਸਕਦੇ ਹੋ, ਅਮਾਨਤੀ ਪ੍ਰੀਸ਼ਦ, ਠੀਕ ਹੈ। ਸੋ ਇਹ ਸੀ ਇਹਦੇ ਬਾਰੇ। ਇਹ ਕਹਿ ਸਕਦੇ ਹਾਂ ਕਿ ਲਗਭਗ ਇਹ ਅੱਜ ਖਤਮ ਹੋ ਚੁੱਕਿਆ ਹੈ। ਜਿਹੜੀ ਨਵੀਂ ਬੁੱਕ ਪਬਲਿਸ਼ ਹੋ ਰਹੀਆਂ ਉਹਨਾਂ 'ਚ ਤਾਂ ਇਸ ਦਾ ਜ਼ਿਕਰ ਵੀ ਨਹੀਂ ਹੁੰਦਾ। ਸੋ ਇਹ ਸੀ ਤੁਹਾਡਾ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ। ਦੇਖੋ ਤੁਸੀਂ ਕਿੰਨੇ ਘੰਟੇ ਪੜ੍ਹਦੇ ਹੋ, ਡਜ਼ਨਟ ਮੈਟਰ, ਕਿਸ ਸਲੀਕੇ ਦੇ ਨਾਲ ਤਿਆਰੀ ਕਰ ਰਹੇ ਹੋ, ਇਹ ਬਹੁਤ ਜ਼ਿਆਦਾ ਮੈਟਰ ਕਰਦਾ ਜੀ ਤੁਹਾਡੇ ਲਈ। ਸੋ ਯੂਨਾਈਟਿਡ ਨੇਸ਼ਨਸ ਬਾਰੇ ਜਿਹੜੇ MCQ ਬਣਦੇ ਆ ਜਾਂ ਇੰਡੀਆ ਦੀ ਜਿਹੜੀ ਫੋਰਨ ਪਾਲਿਸੀ ਹੈ ਉਹਦੇ 'ਚੋਂ ਕਿਹੜੇ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲ ਸਕਦੇ ਆ, ਉਹਦੇ ਬਾਰੇ ਪੂਰਾ ਡਿਟੇਲ ਦੇ ਵਿੱਚ ਆਪਾਂ ਵੀਡੀਓ ਦੇ ਰਾਹੀਂ ਚਰਚਾ ਕਰਾਂਗੇ। ਸੋ ਇਹ ਸੀ ਅੱਜ ਦਾ ਇੱਕ ਇੰਪੋਰਟੈਂਟ ਸੈਸ਼ਨ। ਉਮੀਦ ਕਰਦਾ ਕਿ ਤੁਹਾਨੂੰ ਪਸੰਦ ਆਇਆ ਹੋਵੇਗਾ। ਜੇਕਰ ਤੁਹਾਨੂੰ ਲੱਗਦਾ ਹੈ ਕਿ ਵੀਡੀਓ ਤੁਹਾਡੇ ਲਈ ਹੈਲਪਫੁਲ ਹੈ ਤਾਂ ਵੀਡੀਓ ਨੂੰ ਲਾਈਕ ਕਰਨਾ ਹੈ, ਆਪਣੇ ਫਰੈਂਡਸ ਨਾਲ ਵੀ ਸ਼ੇਅਰ ਕਰੋਗੇ। ਤੇ ਜੇਕਰ ਤੁਸੀਂ ਫਸਟ ਵਿਜ਼ਿਟ ਕਰਕੇ ਆ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ, ਆਪਣੇ ਫਰੈਂਡਸ ਨਾਲ ਜਿਹੜਾ ਹੈ ਉਸ ਨੂੰ ਸ਼ੇਅਰ ਵੀ ਕਰਨਾ ਤੁਸੀਂ। ਸੋ ਮਿਲਾਂਗੇ ਨੈਕਸਟ ਲੈਕਚਰ ਦੇ ਵਿੱਚ, MCQ ਸੈਸ਼ਨ ਲੈ ਕੇ ਆਵਾਂਗੇ ਕਾਹਦੇ ਰਿਲੇਟਿਡ ਇੰਡੀਆ ਦੀ ਫੋਰਨ ਪਾਲਿਸੀ ਤੇ ਯੂਨਾਈਟਿਡ ਨੇਸ਼ਨਸ ਬਾਰੇ। ਸੋ ਵੀਡੀਓ ਨੂੰ ਅੰਤ ਤੱਕ ਦੇਖਣ ਦੇ ਲਈ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ।